जो तू दे सो कहा स्वामी, मैं मूर्ख कहन ना जाई। तेरे गुण गावा देह बुझाई। जैसे सच में रहो रजाई, तेरे गुण बहुते मैं एक न जानिया। मैं मूर्ख किश दीजै, प्रणवत नानक सुन मेरे साहिबा। डूबदा पत्थर लीजै, मैं मूर्ख की केतक बात है। कोट बरांदी दरिया रे, गुरु नानक जिन सुनिया पेखिया। से फिर गर्भास न परिया रे, ज्यों बुलाए त्यों बोलिए, ज्यों आप बुलावह सोए। गुरमुख बाणी ब्रह्म है, शब्द मिलावा होए। जो बुलावे त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। सतनाम श्री वाहिगुरु साहिब जी। आसा महला पहला। सुन वड्डा आखै सब कोई, केवड वड्डा डीठा होए। सुन वड्डा आखै सब कोई, केवड वड्डा डीठा होए। परम सन्मान सत्कार जोग गुरु की साजी निवाजी, गुरु प्यारी, गुरु सवारी खालसा साध संगत जी। और
ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠ ਕੇ ਸਤ ਸੰਗਤ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਔਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪ੍ਰਕਾਸ਼ ਕਰਨ ਦੀ ਸੇਵਾ ਹੋਈ ਹੈ। ਅੰਮ੍ਰਿਤਮਈ ਬਾਣੀਆਂ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਹੋਰ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਇਸ ਸਥਾਨ ਤੇ ਜੋ ਪਾਵਨ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਪਾਵਨ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਹੀ ਸੰਗਤ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਸਤਿਕਾਰ ਸਹਿਤ ਬੁਲਾਏ ਗੁਰੂ ਕੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਜਿਸ ਦੀਆਂ ਪ੍ਰਾਰੰਭਤਾ ਵਾਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ, ਸਿੱਖ ਧਰਮ ਦੇ ਬਾਨੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੈ। ਦੁਨੀਆ ਦੇ ਵਿੱਚ ਹਰੇਕ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਜਿਹੜਾ ਮੈਂ ਜੀਵਨ ਦੇ ਵਿੱਚ ਕਰਮ ਕਰ ਰਿਹਾ ਹਾਂ, ਉਸ ਕਰਮ ਦੇ ਵਿੱਚ ਮੈਨੂੰ ਸਿੱਧਤਾ ਪ੍ਰਾਪਤ ਹੋਵੇ। ਉਹ ਜਿਹੜਾ ਕਰਮ ਹੈ ਉਸ ਨੂੰ ਮੈਂ ਪੂਰਨਤਾਈ ਦੇ ਨਾਲ ਸੰਪੂਰਨ ਕਰ ਦਵਾਂ। ਪਰ ਸੰਸਾਰ ਦੇ ਵਿੱਚ ਬਹੁਤ ਘੱਟ ਲੋਕ ਹਨ ਜਿਹੜੇ ਇਸ ਮੰਜ਼ਿਲ ਨੂੰ ਸਰ ਕਰਦੇ ਹਨ। ਇਵੇਂ ਹੀ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਪਿਆਰੇ ਹਨ ਜਾਂ ਆਦਿ ਕਾਲ ਤੋਂ ਜਿਹੜੇ ਧਰਮ ਦੀ ਦੁਨੀਆ ਦੇ ਵਿੱਚ ਆਪਣੀਆਂ ਪੁਲਾਂਘਾਂ ਪੁੱਟ ਰਹੇ ਹਨ, ਬਹੁਤਾਤ ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਬੇਬੇ ਨਾਨਕੀ ਜੀ ਨੇ ਚੇਤੇ ਕੀਤਾ ਹੈ, ਸ੍ਰੀ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਆਣ ਕੇ ਦਰਸ਼ਨ ਬਖਸ਼ੇ, ਪਤਾ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਤੋਂ ਹੋ ਕੇ ਆਏ ਹਨ। ਹੱਥ ਜੋੜ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੇਬੇ ਨਾਨਕੀ ਜੀ ਬੇਨਤੀ ਕਰਨ ਲੱਗੇ ਕਿ ਸੱਚਖੰਡ ਵਿਖੇ ਪਹੁੰਚ ਕੇ ਜਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਤੁਸੀਂ ਦਰਸ਼ਨ ਕਰਕੇ ਆਏ ਹੋ, ਉਹ ਕਿੱਡਾ ਕੁ ਵੱਡਾ ਹੈ। ਇਹ ਜੋ ਪਾਵਨ ਪਵਿੱਤਰ ਉਥਾਨਕਾ ਹੈ, ਇਹ ਸੰਪਰਦਾਇ ਮਹਾਂਪੁਰਖਾਂ ਨੇ ਦਰਸਾਈ ਹੈ।
ਫਰੀਦਕੋਟੀਏ ਟੀਕੇ ਦੇ ਵਿੱਚ ਇਸੇ ਪਾਵਨ ਸ਼ਬਦ ਦੀ ਜੋ ਉਥਾਨਕਾ ਹੈ ਉਹ ਇਸ ਪ੍ਰਕਾਰ ਦਰਸਾਈ ਗਈ ਹੈ ਕਿ ਗੁਰੂ ਕੇ ਸਿੱਖਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਪ੍ਰਮਾਤਮਾ ਜਿਸ ਨੂੰ ਤੁਸੀਂ ਦਿਨ ਰਾਤ ਆਰਾਧਨ ਦਾ ਉਪਦੇਸ਼ ਦਿੰਦੇ ਹੋ, ਜਿਸ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਸਿੱਖੋ ਹਰ ਦਮ ਹਰ ਵੇਲੇ ਚੇਤੇ ਕਰੋ, ਉਹ ਪ੍ਰਮਾਤਮਾ ਕਿੰਨਾ ਕੁ ਬੇਅੰਤ ਹੈ, ਉਸ ਦੀ ਕੋਈ ਵਿਸ਼ਾਲਤਾ ਦਾ ਕਥਨ ਹੈ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੀ ਔਰ ਬੇਬੇ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਪਾਵਨ ਪਵਿੱਤਰ ਮੁਬਾਰਕ ਰਸਨਾ ਦੇ ਦੁਆਰਾ ਸ਼ਬਦ ਉਚਾਰਿਆ ਹੈ। ਆਓ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਆਸਾ ਰਾਗ ਦੇ ਵਿੱਚ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਜੀ ਕਹਿਣ ਲੱਗੇ, ਬੇਬੇ ਜੀ ਸੁਣ ਵੱਡਾ ਆਖੈ ਸਭ ਕੋਏ। ਇਹ ਤਾਂ ਗੱਲ ਬਹੁਤਾਤ ਲੋਕਾਂ ਨੇ ਸੁਣੀ ਹੈ ਕਿ ਉਹ ਪ੍ਰਮਾਤਮਾ ਵੱਡਾ ਹੈ, ਤੇ ਸੁਣ ਕੇ ਹੀ ਉਸ ਪ੍ਰਮਾਤਮਾ ਨੂੰ ਸਾਰੇ ਵੱਡਾ ਕਹੀ ਜਾ ਰਹੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਪਾਵਨ ਪਵਿੱਤਰ ਗੁਰਬਾਣੀ ਪੜ੍ਹਦੇ ਹਾਂ। ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਉਹ ਵਾਹਿਗੁਰੂ ਪ੍ਰਮਾਤਮਾ ਉੱਚਾ ਹੈ, ਪਰ ਕਿੰਨਾ ਕੁ ਉੱਚਾ ਹੈ, ਉਸ ਦੀ ਪਾਰਾਵਾਰਤਾ ਨਹੀਂ, ਅਪਾਰ ਹੈ। ਇਵੇਂ ਇੱਕ ਸ਼ਬਦ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਅਨੇਕਾਂ ਪ੍ਰਮਾਣ ਆਉਂਦੇ। ਮਾਰੇ ਕਹਿੰਦੇ ਵੱਡਾ ਵੱਡਾ ਆਖੈ ਸਭ ਕੋਏ। ਉਸ ਪ੍ਰਮਾਤਮਾ ਨੂੰ ਹਰੇਕ ਹੀ ਵੱਡਾ ਕਹਿੰਦਾ ਹੈ, ਹਰੇਕ ਹੀ ਕਹਿੰਦਾ ਹੈ ਕਿ ਪ੍ਰਮਾਤਮਾ ਵੱਡਾ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕੇਵਡ ਵੱਡਾ ਡੀਠਾ ਹੋਏ। ਕੇਵਡ ਵੱਡਾ ਦਾ ਅਰਥ ਹੈ ਕਿਤਨਾ ਕੁ ਵੱਡਾ ਹੈ, ਉਸ ਦੀ ਵਿਸ਼ਾਲਤਾ ਦਾ, ਉਸ ਦੇ ਵੈਰਾਟ ਸਵਰੂਪ ਦਾ ਇਸ ਸੰਸਾਰ ਦੇ ਵਿੱਚ ਕਿਸੇ ਨੇ ਅੰਤ ਪਾਇਆ ਹੈ, ਕਿਸੇ ਨੇ ਦੇਖਿਆ ਹੈ। ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ, ਉਹਨਾਂ ਭਗਤ ਸਾਹਿਬਾਨਾਂ ਨੇ ਬਚਨ ਕਹਿ, ਕਬੀਰ ਦੇਖ ਕਹਿ ਕਿਹ ਕਹੋ, ਕਹੋ ਨਾ ਕੋ ਪਤੀ ਆਏ। ਕਹਿੰਦੇ ਜੇ ਅਸੀਂ ਉਸ ਪ੍ਰਮਾਤਮਾ ਦੇ ਸਵਰੂਪ ਦੇ ਦਰਸ਼ਨ ਕਰ ਵੀ ਲਏ ਹਨ ਤੇ ਉਹਨੂੰ ਕਥਨ ਕਿਵੇਂ ਕਰੀਏ। ਜੇ ਕਥਨ ਕਰੀਏ ਵੀ ਤੇ ਦੁਨੀਆ ਦੇ ਲੋਕਾਂ ਨੇ ਇਹ ਗੱਲ ਕਹਿਣੀ ਹੈ ਵੀ ਭਗਤ ਕਬੀਰ ਸਦਵਾਉਂਦਾ ਭਗਤ ਹੈ ਤੇ ਝੂਠ ਹੀ ਬੋਲੀ ਜਾ ਰਿਹਾ ਹੈ, ਪਤਿਆਏਗਾ ਨਹੀਂ ਕੋਈ, ਪਤੀਜੇਗਾ ਨਹੀਂ, ਜੈਸਾ ਮੈਂ ਪ੍ਰਮਾਤਮਾ ਦਾ ਸਵਰੂਪ ਕਥਨ ਕਰਾਂਗਾ। ਆਪਾਂ ਸ਼ਲੋਕਾਂ ਦੇ ਵਿੱਚ ਬਚਨ ਪੜ੍ਹਦੇ ਹਾਂ, ਕਬੀਰ ਦੇਖ ਕਹਿ ਕਿਹ ਕਹੋ, ਕਹੇ ਨਾ ਕੋ ਪਤਿਆਏ, ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ। ਇਸ ਵਾਸਤੇ ਸਾਹਿਬ ਜੀ ਕਹਿੰਦੇ, ਮੈਂ ਇਹੋ ਗੱਲ ਕਹਿਣਾ ਵੀ ਜਿਹੋ ਜਿਹਾ ਪ੍ਰਮਾਤਮਾ ਹੈ ਵੈਸਾ ਉਹ ਪ੍ਰਮਾਤਮਾ ਹੀ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ, ਤਿੰਨਾਂ ਦੇ ਆਪਾਂ ਪਾਵਨ ਪਵਿੱਤਰ ਜੋ ਪ੍ਰਾਰੰਭਤਾ ਵਾਲੇ ਮੰਗਲ ਹਨ, ਜੋ ਸਤਿਗੁਰੂ ਸਾਹਿਬ ਜੀ ਦੀ ਉਪਮਾ ਦੇ ਵਿੱਚ ਉਚਾਰੇ ਹਨ, ਉਸ ਦੇ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਉਪਮਾ ਭਾਈ ਸਾਹਿਬ ਜੀ ਕਹਿੰਦੇ, ਦੁਨੀਆ ਦੇ ਲੋਕ ਚੰਦਰਮਾ ਦੇ ਨਾਲ ਜਾਂ ਸੂਰਜ ਦੇ ਨਾਲ ਦਿੰਦੇ ਹਨ ਵੀ ਇੰਨੇ ਸੂਰਜ ਵਾਂਗੇ ਤੇਜ ਪ੍ਰਤਾਪੀ ਹਨ, ਚੰਦਰਮਾ ਦੇ ਵੱਤ ਸ਼ਾਂਤ ਚੇਤ ਹਨ। ਪਰ ਅਸਲ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਇੱਕ ਅੰਗੀ ਤਾਂ ਪ੍ਰਮਾਣ ਹੋ ਸਕਦਾ ਹੈ, ਪਰ ਪੂਰਨ ਰੂਪ ਦੇ ਵਿੱਚ ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉੱਪਰ ਢੁਕਦਾ ਪ੍ਰਮਾਣ ਨਹੀਂ ਹੈ।
सिखा ने पूछ लिया क्यों जी? ते कहन लगे ये सारे जितने भी देवते हैं, चाहे चंद्रमा है चाहे सूरज है, कलंकी हैं। पर धन गुरु गुरु नानक देव महाराज सच्चे पातशाह जी दे चरनां दे विच ਜਿਹੜੇ ਦੁਨੀਆ ਦੇ ਕਲੰਕੀ ਲੋਕ ਸਨ, ਦੁਨੀਆ ਦੇ ਵਿੱਚ ਕਲੰਕਿਤ ਹੋਏ ਲੋਕ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨੀ ਪੈ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕਰਕੇ ਸਤਿਗੁਰੂ ਦੇ ਕੋਲੋਂ ਉਪਦੇਸ਼ ਦੀ ਜਾਚਨਾ ਕੀਤੀ। ਉਸ ਉਪਦੇਸ਼ ਦੀ ਜੀਵਨ ਦੇ ਵਿੱਚ ਕਮਾਈ ਕੀਤੀ। ਉਹਨਾਂ ਦੇ ਲੱਗੇ ਹੋਏ ਕਲੰਕ ਉਹ ਸਾਰੇ ਮਿਟ ਗਏ। ਇਹ ਆਪ ਕਲੰਕੀ ਹਨ। ਗੁਰੂ ਕੇ ਚਰਨਾਂ ਦੇ ਵਿੱਚ ਜਿਹੜੇ ਕਲੰਕੀ ਲੋਕ ਵੀ ਪੈਂਦੇ ਹਨ, ਦੁਨੀਆ ਵੱਲੋਂ ਫਿਟਕਾਰੇ ਹੋਏ, ਜਿਨ੍ਹਾਂ ਦੇ ਬਾਬਤ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਚਨ ਹੈ, ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਜਦੋਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਗਏ ਤਾਂ ਦੁਨੀਆ ਦੇ ਲੋਕਾਂ ਨੇ ਉਹਨਾਂ ਦੀ ਗੁਰਸਿੱਖ ਜਾਣ ਕੇ ਪੂਜਾ ਕੀਤੀ। ਇਵੇਂ ਭਗਤ ਜੀ ਕਹਿੰਦੇ ਹਨ, ਦੁਨੀਆ ਦੇ ਲੋਕ ਕਹਿੰਦੇ ਤਾਂ ਹਨ, ਮੈਨੂੰ ਪੁੱਛਦੇ ਹਨ ਭਗਤ ਕਬੀਰ ਜੀ, ਤੁਸੀਂ ਰੱਬ ਦੇ ਭਗਤ ਹੋ, ਪ੍ਰਮਾਤਮਾ ਕਿਹੋ ਜਿਹਾ ਹੈ? ਤੇ ਭਗਤ ਜੀ ਕਹਿੰਦੇ ਪਹਿਲੀ ਤੇ ਗੱਲ ਵੀ ਮੈਂ ਦੱਸਾਂ ਕਿਹੋ ਜਿਹਾ, ਵੀ ਪ੍ਰਮਾਤਮਾ ਹੈ ਕਿਹੋ ਜਿਹਾ, ਕਿਉਂਕਿ ਉਸ ਦੇ ਸਦਰਸ਼ ਸੰਸਾਰ ਦੇ ਵਿੱਚ ਦੂਸਰੀ ਚੀਜ਼ ਹੀ ਕੋਈ ਨਹੀਂ ਹੈ। ਦੂਸਰਾ, ਜੇ ਮੈਂ ਉਸ ਦਾ ਕਥਨ ਵੀ ਕੀਤਾ ਤੇ ਮੇਰੇ ਕੀਤੇ ਹੋਏ ਕਥਨ ਦੇ ਉੱਪਰ ਸੰਸਾਰ 'ਚ ਕੋਈ ਪਤੀਜੇਗਾ ਨਹੀਂ, ਕਿਸੇ ਨੂੰ ਭਰੋਸਾ ਨਹੀਂ ਹੋਵੇਗਾ ਵੀ ਹੈ ਰੱਬ ਇਹੋ ਜਿਹਾ ਹੈ। ਜੇ ਇਹਨੂੰ ਪੁੱਛ ਹੀ ਲਿਆ ਤੇ ਭਗਤ ਕਬੀਰ ਝੂਠ ਬੋਲੀ ਜਾ ਰਿਹਾ। ਇਸ ਵਾਸਤੇ ਸਾਹਿਬ ਜੀ ਕਹਿੰਦੇ ਹਰ ਜੈਸਾ ਤੈਸਾ ਉਹੀ। ਜਿਹੋ ਜਿਹਾ ਵਾਹਿਗੁਰੂ ਪ੍ਰਮਾਤਮਾ ਹੈ ਵੈਸਾ ਪ੍ਰਮਾਤਮਾ ਹੀ ਹੈ। ਸੰਸਾਰ ਦੇ ਵਿੱਚ ਦੂਸਰਾ ਹੋਰ ਕੋਈ ਨਹੀਂ। ਬਸ ਇਹੀ ਬੇਨਤੀ ਕਰਦੇ ਹਾਂ ਕਿ ਰਹੋ ਹਰਖ ਗੁਣ ਗਾਏ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਗੁਣ ਗਾ ਕਰਕੇ ਉਸ ਦੀ ਖੁਸ਼ੀ ਪ੍ਰਾਪਤ ਕਰੋ, ਜਾਂ ਖੁਸ਼ੀ ਖੁਸ਼ੀ ਚਾਈ ਚਾਈ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਗੁਣ ਗਾਓ। ਇਸੇ ਵਿੱਚ ਹੀ ਜੀਵਨ ਦਾ ਭਲਾ ਹੈ। ਤੇ ਜੇ ਕੋਈ ਕਵੇ ਵਾਹਿਗੁਰੂ ਪ੍ਰਮਾਤਮਾ ਦਾ ਅੰਤ, ਪ੍ਰਮਾਤਮਾ ਦੇ ਸਰਗੁਣ ਸਵਰੂਪ ਸਾਡੇ ਸਤਿਗੁਰੂ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਆਪਾਂ ਭੱਟ ਸਾਹਿਬਾਨਾਂ ਦੇ ਸਵਈਏ ਪੜ੍ਹਦੇ ਹਾਂ। ਉਸ ਦੇ ਵਿੱਚ ਬਚਨ ਕਿਹਾ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਸੰਸਾਰ ਦੇ ਵਿੱਚ ਜੇ ਕਿਸੇ ਦੇ ਨਾਲ ਤੁਹਾਡੀ ਉਪਮਾ ਦੇਣ ਦਾ ਯਤਨ ਕਰੀਏ ਤੇ ਉਹ ਉਪਮਾ ਫਿੱਕੀ ਪੈਂਦੀ ਹੈ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੇਬੇ ਜੀ ਕੇਵਡ ਵੱਡਾ ਡੀਠਾ ਹੋਏ, ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਿੱਡਾ ਕੁ ਵੱਡਾ ਹੈ। ਡੀਠਾ ਹੋਏ ਕਿਸੇ ਨੇ ਦੇਖਿਆ ਹੈ? ਕਹਿੰਦੇ ਹਨ ਵੱਡਾ, ਕਹਿਣਾ ਵੀ ਚਾਹੀਦਾ, ਇਸ ਦੇ ਵਿੱਚ ਸ਼ੱਕ ਕੋਈ ਨਹੀਂ, ਪਰ ਕਿੰਨਾ ਕੁ ਵੱਡਾ ਹੈ ਇਸ ਦਾ ਕੋਈ ਥਾਂ ਨਹੀਂ, ਇਸ ਦਾ ਕੋਈ ਅੰਤ ਨਹੀਂ ਕਿ ਪ੍ਰਮਾਤਮਾ ਦੀ ਸੀਮਾ ਇੰਨੀ ਕੁ ਹੈ। ਉਸ ਦੀ ਜਿਹੜੀ ਵਿਸ਼ਾਲਤਾ ਹੈ ਉਹ ਅਸੀਮ ਹੈ। ਵਿਚਾਰ ਮਾਲਾ ਦੇ ਕਰਤਾ ਅਨਾਥ ਜੀ ਕਵੀ ਹੋਏ ਹਨ। ਉਹਨਾਂ ਨੇ ਇੱਕ ਆਪਣੇ ਗ੍ਰੰਥ ਦੇ ਵਿੱਚ ਬਚਨ ਲਿਖਿਆ ਹੈ ਕਿ ਇੱਕ ਵਾਰ ਸਮੁੰਦਰ ਦੇ ਕਿਨਾਰੇ ਦੇ ਉੱਪਰ ਇੱਕ ਲੂਣ ਦੀ ਡਲੀ ਪਈ ਹੋਈ ਹੈ ਤੇ ਮਨ ਕਲਪਿਤ ਬਾਤ ਕਰਦੇ ਕਿ ਉਹ ਜਿਹੜੀ ਲੂਣ ਦੀ ਡਲੀ ਨੇ ਲਾਗੋ ਪਾਸੋਂ ਪੁੱਛਿਆ ਵੀ ਤੁਸੀਂ ਘੋਖੇ ਜਿਹੜੀਆਂ ਛਿਪੀਆਂ ਬਾਹਰ ਆਉਂਦੀਆਂ ਹਨ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਮੁੰਦਰ ਦੇ ਵਿੱਚੋਂ ਨਿਕਲੀਆਂ ਹੋ, ਸਮੁੰਦਰ ਕਿੰਨਾ ਕੁ ਵਿਸ਼ਾਲ ਹੈ, ਕਿੰਨਾ ਕੁ ਡੂੰਘਾ? ਕਹਿਣ ਲੱਗੇ ਉਹ ਸ਼ਾਂਤ ਰਹੀਆਂ। ਤੇ ਉਸ ਵੇਲੇ ਉਹ ਜਿਹੜੀ ਲੂਣ ਦੀ ਡਲੀ ਸੀ ਉਹ ਕਹਿਣ ਲੱਗੀ ਵੀ ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਨਾ ਦੱਸਦੀਆਂ ਤੇ ਮੈਂ ਆਪ ਚੁੱਭੀ ਮਾਰ ਕੇ ਦੇਖ ਲੈਣੀ ਆ, ਪਤਾ ਲੱਗ ਹੀ ਜਾਵੇਗਾ। ਉਹਨਾਂ ਨੇ ਉੱਥੇ ਬੋਲ ਲਿਖਿਆ
भी चली पुतली लून की थाह सिंध को लैन। अनाथ आपे आप भई पलट कहे को बैन। कहंदे जिहड़ी वो लूण दी पुतली कह लईए डली, वो समुंदर दा अंत पाउण दे वास्ते चली सी। वो जदों समुंदर दे विच पई ते समुंदर दे पानी दे नाल ही रल गई। ते फिर कहन लगे अनाथ जी पलट कहे को बैन। कहंदे पलट मुड़ के किन्ने आन के दसना सी कि समुंदर दी इन्नी क अथाहता है, इन्ना को समुंदर गहरा है। इवें गुरु की बाणी दे विच ये बोल तां लिखिया होया है कि रूड़ो गूड़ो गहर गंभीरो ऊंचो अगमा अपारे। पर इस गल दा कथन नहीं भी किन्ना को है, किन्ना को सुंदर है, किन्ना को डूंगा है, किन्ना को उच्चा है। ये मापण दे विच नहीं गल आउंदी। इस वास्ते सतगुरु श्री गुरु नानक देव महाराज सच्चे पातशाह जी बचन कहन लगे केवट वड्डा डीठा होए। कितना क वड्डा है परमात्मा किसी ने देखा नहीं है। कीमत पाए ना कहया जाए, कहने वाले तेरे रहे समाए। वाहिगुरु परमात्मा दी कीमत पा के भी कहा नहीं जा सकता। भगत कबीर जी नू शाहूकार ने क्या सी ना, कबीरा तू गरीब है, मेरे कोलों धन ले ला ते मैनू ओ रब दा नाम दे दे जिस दे कारण तेरी संसार भर च वडियाई है। क्योंकि अमीर मनुख हमेशा अपनी वडियाई चाहुंदा है। ते उस वेले भगत जी ने बचन कहे सन, कंचन स्यों पाइया नहीं तोल, मन दे राम लिया है मोल। ये शाहूकार जी बेशक इस सोने दी संसार दे विच बड़ी कीमत है। जिस दे पास सोना होवे दुनिया दे लोग उसनू अमीर कहंदे हन। पर जे इस अमीरी पुने दे नाल वाहिगुरु परमात्मा नू तू खरीद लवे, ये सोचे भी मेरी भी कबीर वांगू संसार दे विच वडियाई होवे, ये तेरे मन दा एक वड्डा भुलेखा है। भगत नानक देव जी नू आन के गवांढना ने इहो ही गल कही सी ना। आपां गुरु की बाणी दे विच पढ़दे हां, पाड़ पड़ोसन पूछ ले नामा का पहचान शवाई हो, तो पह दुगनी मजूरी दे हो, मौका बेडी देहो बताई हो। पड़ोसना आन के पुछन लगियां, गवांढना कहन लगियां नामदेव रात रात तेरी इन्नी सोहनी जिस मिस्त्री ने छप्पर बन्नी है, छन बन्नी है, दे उसदा एड्रैस पता। ते नाल ही बचन किया तू ते गरीब जिहा हैगा, तेरा ते अपना घर दा महा गुजारा चलदा है, तू की मिस्त्री नू दिता होवेगा जिन्हें तेरी छप्पर बन्नी है, छन बन्नी है। तो पह दुगनी मजूरी दे, तेरे नालों दुगनी मजदूरी दवांगी, तेरे नालों दुगने पैसे दवांगी। जे तेरे गरीब दी इन्नी सोहनी छन बन्नी है ते तेरे नालों दुगने पैसे जदों असी दिते, तेरे नालों भी ज्यादा टौरी छन साडी ओ बन्नेगा। मौका बेडी देहो बताई हो, मैनू बेडी दा अर्थ है मिस्त्री, जिन्हें वो छन बन्नी है उसदा एड्रैस पता दे। जदों पैसे दा हंकार अभिमान जनाया, हुण परमात्मा ने छन बन्नी सी तां बचन कह दिता, री बाई बेडी दे न जाई, देख बेडी रहियो समाई, हमारे बेडी प्राण आधारा। जे तू ये गल कवें गवांढ ने भी मैं पैसे दे के वो मिस्त्री खरीद लवांगा, वो मिस्त्री ऐसा नहीं भी जिन्नू साई देनी पवेगी ते साई तो बाद ना उसनू चंगा धन दौलत देना पवेगा, वो खुश हो के तेरी इहो जी सन बनदा। ऐसा वो मिस्त्री नहीं, उसी परमात्मा। इस वास्ते सतगुरु गुरु ग्रंथ साहिब जी दी पवित्र बाणी दे विच एक नहीं अनेक ही प्रमाण हन, जिस दे विच ये गल लिखी है कि परमात्मा दी संसार दे धन दौलत दे नाल कीमत नहीं पाई जा सकती। दुनिया दी कोई भी चीज है उसकी कीमत है। इथों तक कोहे नूर हीरा
ਇਸ ਵਕਤ ਸਾਰਿਆਂ ਦੇ ਨਾਲੋਂ ਮਹਿੰਗੀ ਕੀਮਤ ਦਾ ਹੈ, ਪਰ ਉਸ ਦੀ ਵੀ ਕੀਮਤ ਮੁਕਰਰ ਹੈ। ਜਿੰਨੇ ਆਪਾਂ ਵਸਤਰ ਪਹਿਨਦੇ ਹਾਂ, ਪੈਰਾਂ ਦੇ ਵਿੱਚ ਜੋੜੇ ਪਹਿਨਦੇ ਹਾਂ, ਸਾਰੀਆਂ ਚੀਜ਼ਾਂ ਦੀ ਕੀਮਤ ਹੈ, ਪਰ ਵਾਹਿਗੁਰੂ ਪ੍ਰਮਾਤਮਾ ਦੀ ਕੀਮਤ ਅੱਜ ਤੱਕ ਸੰਸਾਰ ਦੇ ਵਿੱਚ ਕਿਸੇ ਨੇ ਮੁਕਰਰ ਨਹੀਂ ਕੀਤੀ ਕਿ ਇੰਨੇ ਕੁ ਮੁੱਲ ਦਾ ਰੱਬ ਹੋਵੇਗਾ। ਤਾਈਓ ਤਾਂ ਭਗਤ ਰਵਿਦਾਸ ਜੀ ਨੇ ਇਹ ਬਚਨ ਕਿਹਾ ਹੈ, ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਕਿ ਜਿਹੜਾ ਰੱਬ ਹੈ ਨਾ ਉਹ ਕਿਸੇ ਦੇ ਪਿਓ ਦਾ ਮੁੱਲ ਖਰੀਦਿਆ ਹੋਇਆ ਨਹੀਂ ਹੈ। ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਜਿਹੜਾ ਉਸ ਦੇ ਨਾਲ ਭਾਵਨਾ ਕਰਦਾ ਹੈ, ਉਸ ਦੇ ਨਾਲ ਪ੍ਰੇਮ ਕਰਦਾ ਹੈ, ਉਸ ਦੇ ਉੱਪਰ ਉਹ ਪ੍ਰਸੰਨ ਹੋ ਜਾਂਦਾ ਹੈ। ਬਾਕੀ ਜੋ ਕੋਈ ਕਵੇ ਵੀ ਮੇਰੇ ਪਿਓ ਨੇ ਮੁੱਲ ਖਰੀਦਿਆ ਹੈ, ਕਹਿੰਦੇ ਉਹ ਕਿਸੇ ਦੇ ਪਿਓ ਦਾ ਮੁੱਲ ਖਰੀਦਿਆ ਹੋਇਆ ਰੱਬ ਨਹੀਂ ਹੈ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕੀਮਤ ਪਾਏ ਨਾ ਕਹਿਆ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕੀਮਤ ਪਾ ਕੇ ਉਸ ਨੂੰ ਕਹਿਆ ਨਹੀਂ ਜਾ ਸਕਦਾ। ਤੇ ਬੇਬੇ ਜੀ ਕਹਿਣ ਲੱਗੇ, ਦੁਨੀਆ ਦੇ ਬਹੁਤ ਲੋਕ ਹਨ ਜਿਹੜੇ ਪ੍ਰਮਾਤਮਾ ਨੂੰ ਕਥਨ ਕਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਪਣੇ ਸਤਿਕਾਰਯੋਗ ਭੈਣ ਜੀ ਨੂੰ ਕਹਿਣ ਲੱਗੇ, ਬੇਬੇ ਜੀ ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਕਹਿੰਦੇ ਹਨ, ਉਹ ਉਸ ਦੇ ਵਿੱਚ ਸਮਾਏ ਹੋਏ ਹਨ। ਬੇਸ਼ੱਕ ਉਸ ਨੂੰ ਕਹਿੰਦੇ ਹਨ, ਉਸ ਦਾ ਨਾਮ ਜਪਦੇ ਹਨ, ਤੇ ਜੇ ਪੁੱਛ ਲਓ ਵੀ ਉਸ ਵਾਹਿਗੁਰੂ ਪ੍ਰਮਾਤਮਾ ਦੇ ਕੀ ਲੱਛਣ ਹਨ, ਕੈਸਾ ਹੈ ਪ੍ਰਮਾਤਮਾ, ਵਾਹਿਗੁਰੂ ਪ੍ਰਮਾਤਮਾ ਦਾ ਕੋਈ ਰੂਪ, ਕੋਈ ਸਵਰੂਪ ਕਥਨ ਕਰੋ। ਕਿਹੜੇ ਸਵਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ, ਉਸ ਦੀ ਪ੍ਰਾਪਤੀ ਦਾ ਕੋਈ ਤਰੀਕਾ ਵਸੀਲਾ ਦੱਸੋ। ਤਾਂ ਜਿਵੇਂ ਭਗਤ ਜੀ ਨੇ ਬਚਨ ਕਿਹਾ ਹੈ ਨਾ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਹੜੇ ਜਪਣ ਵਾਲੇ ਹਨ ਉਹਨਾਂ ਦਾ ਜੀਵਨ ਇੱਕ ਗੂੰਗੇ ਦੀ ਨਿਆਈ ਹੈ। ਜਿਵੇਂ ਗੂੰਗੇ ਨੂੰ ਕੋਈ ਗੁੜ ਦੀ ਡਲੀ ਦਵੇ ਤੇ ਇਹ ਗੱਲ ਕਵੇ ਵੀ ਗੂੰਗਿਆ ਮੇਰੇ ਕੋਲੋਂ ਗੁੜ ਦੀ ਡਲੀ ਤੇ ਤੂੰ ਖਾ ਲਈ, ਮੈਨੂੰ ਦੱਸ ਇਹਦਾ ਸਵਾਦ ਕਿੰਨਾ ਕੁ ਹੈ। ਉਹ ਸਵਾਦ ਦਾ ਆਨੰਦ ਤੇ ਮਾਣ ਸਕਦਾ ਹੈ, ਪਰ ਜ਼ੁਬਾਨ ਦੇ ਨਾਲ ਬੋਲ ਕੇ ਨਹੀਂ ਦੱਸ ਸਕਦਾ, ਵਿਚਾਰਾ ਗੂੰਗਾ ਹੈ। ਐਵੇਂ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਰਸ ਦਾ ਆਨੰਦ ਦੁਨੀਆ ਦੇ ਵਿੱਚ ਅਨੇਕਾਂ ਪ੍ਰਮਾਤਮਾ ਦੇ ਪਿਆਰੇ ਭਗਤ ਸੇਵਕ ਸਿੱਖ ਇਸ ਸੰਸਾਰ ਦੇ ਵਿੱਚ ਮਾਣਦੇ ਹਨ, ਪਰ ਕੋਈ ਵੀ ਕਥਨ ਨਹੀਂ ਕਰ ਸਕਦਾ ਕਿ ਉਹ ਆਨੰਦ ਕਿੰਨਾ ਕੁ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਕਹਿਣੇ ਵਾਲੇ ਤੇਰੇ ਰਹੇ ਸਮਾਏ ਹੀ ਪ੍ਰਮਾਤਮਾ, ਜਿਹੜੇ ਤੈਨੂੰ ਕਹਿਣ ਵਾਲੇ ਹਨ ਉਹ ਤੇਰੇ ਵਿੱਚ ਸਮਾਏ ਹੋਏ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਹਾਂਜੀ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਹਨ, ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੂੰ ਵੱਡਾ ਹੈ। ਸਾਹਿਬਾ ਦਾ ਅਰਥ ਹੈ ਮਾਇਆ ਸਬਲ ਹੈ। ਇਸ ਸੰਸਾਰ ਦੇ ਵਿੱਚ ਮਾਇਆ ਸਬਲ ਕਰਕੇ ਤੂੰ ਸਾਰਿਆਂ ਦੇ ਨਾਲੋਂ ਪ੍ਰਬਲ ਹੈ, ਵੱਡਾ ਹੈ। ਫਿਰ ਗਹਿਰ ਡੂੰਘਾ ਹੈ, ਨਿਰਹਲ ਹੈ, ਗੰਭੀਰਾ ਹੈ। ਤੇ ਗਹੀਰਾ ਦਾ ਅਰਥ ਹੁੰਦਾ ਹੈ ਖਜ਼ਾਨਾ। ਤੂੰ ਇਸ ਸੰਸਾਰ ਦੇ ਵਿੱਚ ਗੁਣਾਂ ਦਾ ਖਜ਼ਾਨਾ ਹੈ। ਜਿਵੇਂ ਸਮੁੰਦਰ ਹੈ ਨਾ, ਬੇਸ਼ੱਕ ਉਤਲੇ ਪਾਣੀ ਦੇ ਵਿੱਚ ਜਿੰਨੀਆਂ ਮਰਜ਼ੀ ਛੱਲਾਂ ਆਉਂਦੀਆਂ, ਪਰ ਥੱਲੇ ਨਿਰਹਲ ਹੈ। ਜਿਵੇਂ ਸੁਮੇਰ ਪਰਬਤ ਹੈ ਨਾ, ਉਹ ਅਚਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਭਗਤ ਜੀ ਨੇ ਤਾਈਓ ਪ੍ਰਮਾਤਮਾ ਨੂੰ ਸਮੁੰਦ ਕਿਹਾ ਹੈ। ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ। ਦੁਨੀਆ ਦੇ ਜਿਤਨੇ ਵੀ ਨਦੀਆਂ ਨਾਲੇ ਹਨ, ਉਹਨਾਂ ਦੀ ਸੀਮਾ ਕੇਵਲ ਸਮੁੰਦਰ ਤੱਕ ਹੈ। ਪਰ ਜਿੰਨੇ ਮਰਜੀ ਨਦੀ ਨਾਲੇ ਉਸ ਸਮੁੰਦਰ ਦੇ ਵਿੱਚ ਜਾ ਕੇ ਉਹਨਾਂ ਦਾ ਵਹਿਣ ਪੈ ਜਾਂਦਾ ਹੈ, ਉਹ ਕਦੀ ਵੀ ਸਮੁੰਦਰ ਉਛਲਦਾ ਨਹੀਂ ਹੈ।
ਇਵੇਂ ਜੇ परमात्मा ਦੀ ਕੋਈ ਵਡਿਆਈ ਕਰੀ ਜਾਵੇ ਤੇ परमात्मा ਉਛਲਦਾ ਨਹੀਂ ਹੈ। ਸਮੇਂ ਦੇ ਮੁਤਾਬਕ ਜਦੋਂ ਨਦੀਆਂ ਨਾਲੇ ਸੁੱਕ ਜਾਂਦੇ, ਕਿਉਂਕਿ ਕਈ ਬਰਸਾਤੀ ਹੁੰਦੇ ਹਨ, ਕਈ ਮੌਸਮੀ ਹੁੰਦੇ ਹਨ, ਤੇ ਜੇ ਪਾਣੀ ਸਮੁੰਦਰ ਦੇ ਵਿੱਚ ਉਹਨਾਂ ਨਦੀਆਂ ਨਾਲਿਆਂ ਦਾ ਨਾ ਜਾਵੇ ਤੇ ਉਹ ਜਿਹੜਾ ਸਮੁੰਦਰ ਹੈ ਉਹ ਕਦੀ ਅੱਜ ਤੱਕ ਕਿਸੇ ਨੇ ਸੁੱਕਿਆ ਨਹੀਂ ਦੇਖਿਆ, ਨਾ ਕਿਸੇ ਨੇ ਉਛਲਿਆ ਹੀ ਦੇਖਿਆ ਹੈ ਤੇ ਨਾ ਹੀ ਕਿਸੇ ਨੇ ਸੁੱਕਿਆ ਦੇਖਿਆ। ਇਵੇਂ परमात्मा ਦੀ ਜੇ ਕੋਈ ਸੰਸਾਰ ਦੇ ਵਿੱਚ ਕਵੇ ਨਾ ਵੀ ਜੇ ਮੈਂ ਨਹੀਂ ਵਡਿਆਈ ਕਰਦਾ ਤੇ परमात्मा ਦੀ ਵਡਿਆਈ ਨਹੀਂ ਹੋ ਸਕਦੀ, ਇਹ ਸਾਡੇ ਜੀਵਨ ਦਾ ਮੂਰਖਪੁਣਾ ਹੈ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ, ਬੇਸ਼ੱਕ ਸਮੁੰਦਰ ਖਾਰਾ ਹੈ ਪਰ ਸਮੁੰਦਰ ਨੂੰ ਕਦੀ ਵੀ ਛੱਡਣਾ ਨਹੀਂ ਚਾਹੀਦਾ। ਐਵੇਂ ਜਗ੍ਹਾ ਜਗ੍ਹਾ ਦੇ ਉੱਪਰ, ਐਵੇਂ ਸੰਸਾਰ ਦੇ ਵਿੱਚ ਦਰਾਂ ਦਰਾਂ ਦੇ ਉੱਪਰ ਭਟਕਦਿਆਂ ਹੋਇਆਂ ਦੁਨੀਆ ਦੇ ਲੋਕ ਭਲਾ ਨਹੀਂ ਕਹਿਣਗੇ ਵੀ ਹੋਵੇ ਗੁਰਸਿੱਖ ਤੇ ਜਗ੍ਹਾ ਜਗ੍ਹਾ ਦੇ ਉੱਪਰ ਭਟਕਦਾ ਫਿਰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਵਿਸ਼ਾਲ ਸਮੁੰਦਰ ਦੀ ਨਿਆਈ ਹੈ। ਇਹਨਾਂ ਦਾ ਇੱਕ ਇੱਕ ਸ਼ਬਦ ਰਤਨਾਂ ਦੀ ਨਿਆਈ ਹੈ, ਹੀਰਿਆਂ ਮੋਤੀਆਂ ਦੀ ਨਿਆਈ ਹੈ, ਜਿਹੜੇ ਗੁਰੂ ਕੇ ਸਿੱਖ ਦੇ ਜੀਵਨ ਨੂੰ ਸਵਾਰ ਦਿੰਦਾ। ਸੋ ਰਹੋ ਵਿਚਾਰ। ਮਹਾਰਾਜ ਧੰਨ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਪ੍ਰਮਾਤਮਾ ਨੂੰ ਸਨਮੁਖ ਕਰਕੇ, हे ਪ੍ਰਮਾਤਮਾ ਤੂੰ ਮਾਇਆ ਸਬਲ ਕਰਕੇ ਸਾਰਿਆਂ ਦੇ ਨਾਲੋਂ ਵੱਡਾ, ਗਹਿਰ ਹੈ, ਤੇਰਾ ਕੋਈ ਸੰਸਾਰ ਦੇ ਵਿੱਚ ਮਾਪ ਤੋਲ ਨਹੀਂ, ਗੰਭੀਰ ਨਿਰਹਲ ਹੈ ਤੇ ਗੁਣੀ ਗਹੀਰਾ, ਗੁਣਾਂ ਦਾ ਇਸ ਸੰਸਾਰ ਦੇ ਵਿੱਚ ਤੂੰ ਖਜ਼ਾਨਾ ਹੈ। ਅੱਗੇ ਸਾਹਿਬ ਕਹਿੰਦੇ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। परमात्मा संसार दे विच कोई नहीं जानदा, तेरा केता केवड़ चीरा, तेरी जेड़ी कितनी क चीरा दा अर्थ संप्रदाय महापुरखा ने एक हद भी कीता भी तेरी हद किन्नी है, तेरी सीमा किन्नी है। इस गल नूं कोई नहीं जानदा भी इन्नी क सीमा दे विच ओ परमात्मा वसदा है। ਆਪਾਂ ਆਰੰਭਤਾ ਤੇ ਸ੍ਰੀ ਜਪਜੀ ਸਾਹਿਬ ਦੇ ਪਾਵਨ ਬਚਨ ਸੁਨੇ ਸਨ ਕਿ परमात्मा एक है। ਉਸ ਦਾ ਅਰਥ ਇਹ ਹੈ ਕਿ परमात्मा त्रयी काल आबाद है, देश काल वस्तु प्रछेद रहत है। दुनिया ਦੇ ਲੋਕ ਇਹ ਕਹਿਣ ਵੀ परमात्मा ਨੂੰ ਮੈਂ ਇੱਕ ਦੇਸ਼ੀ ਠਹਿਰਾ ਦਵਾਂ, ਜ਼ੁਬਾਨ ਦੇ ਨਾਲ ਕਥਨ ਤੇ ਕਰ ਸਕਦਾ ਹੈ ਪਰ ਠਹਿਰਾ ਨਹੀਂ ਸਕਦਾ ਵੀ परमात्मा ਇਸ ਦੇਸ਼ ਦੇ ਵਿੱਚ ਹੀ ਵਸਦਾ। ਜਿਨ੍ਹਾਂ ਨੇ ਕਿਹਾ ਰੱਬ ਦੇ ਪਿਆਰਿਆਂ ਨੇ ਉਹਨਾਂ ਨੂੰ ਕਿਸੇ ਨੂੰ ਅੰਨਾ ਕਹਿਤਾ, ਕਿਸੇ ਨੂੰ ਕਾਣਾ ਕਹਿਤਾ, ਵੀ ਇਹਨਾਂ ਨੂੰ ਰੱਬ ਦਾ ਗਿਆਨ ਨਹੀਂ। परमात्मा ਨੂੰ ਇੱਕ ਦੇਸ਼ੀ ਠਹਿਰਾ ਰਹੇ ਹਨ। ਕੋਈ ਕਹਿੰਦਾ ਹੈ ਰੱਬ ਦੀਆਂ ਜਿਹੜਾ ਮੁਕਾਮ ਹੈ, ਘਰ ਹੈ, ਉਹ ਪੱਛਮ ਦੀ ਬਾਹੀ ਵੱਲ ਹੈ। ਕੋਈ ਕਹਿੰਦਾ ਹੈ ਨਹੀਂ, ਜਿਹੜਾ ਹਰੀ ਉਹ ਦੱਖਣ ਦੀ ਬਾਹੀ ਵੱਲ ਵਸਦਾ। पर सतगुरु गुरु ग्रंथ साहिब महाराज सच्चे पातशाह जी की पवित्र गुरबाणी ने क्या नहीं पाए, वाहिगुरु परमात्मा सारे पासे। आपां हर रोज पढ़ते हैं ना कि सरबतर देश है कि सरबतर पेश है। हे वाहिगुरु परमात्मा जे कहिए तेरा देश केड़ा है, तू ते सारे देशां दे विच वस रहा। तेरा भेस केड़ा है, तू ते सारे भेसां दे विच वस रहा। इस वास्ते तेरी कोई हद नहीं जानता। दूसरा अर्थ चीरा दा अर्थ हुंदा है चिट्ठा। हे वाहिगुरु परमात्मा कोई ना जाने, ये गल कोई नहीं जान सकदा कि तेरा केता केवड़ चीरा, तेरा जेड़ा मौत रूपी चिट्ठा है वो जीव दे जीवन दे उपर कदों लागू आ जाना, हो जाना। जिवें आपां पावन पवित्र बचन पढ़ते हैं, चीरी जिन की चलना मीर मलक सलार। ते किन्नी क प्रबल है। सतगुरु जी कहंदे चीरी आई ढिल ना काऊ। जदों वो चिट्ठा आ गया उस वेले ढिल नहीं मासा भी वरतनी जमा ने। ये नहीं कहना भी आ काम रह गया है,
ਅੱਧ 'ਚ ਹੈ ਤੇ ਅੱਧਾ ਇਹਨੂੰ ਪੂਰਾ ਕਰ ਲੈਂਦੇ ਏ। ਚਿੱਠੀ ਮਿਲੀ ਹੈ, ਕੋਈ ਗੱਲ ਨਹੀਂ, ਫੇਰ ਲੈ ਜਾਂਦੇ ਹਾਂ। ਕਿਸੇ ਵੱਲੋਂ ਕਿਸੇ ਦੀ ਭੇਜੀ ਹੋਈ ਸੰਸਾਰ ਦੇ ਵਿੱਚ ਚਿੱਠੀ ਤੇ ਸ਼ਾਇਦ ਲੇਟ ਹੋ ਜਾਵੇ, ਪਰ ਜਿਹੜੀ ਰੱਬ ਵੱਲੋਂ ਜਮਾਂ ਨੂੰ ਚਿੱਠੀ ਫੜਾਈ ਜਾਂਦੀ ਹੈ ਨਾ ਵੀ ਇਸ ਨੂੰ ਲਿਆ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਢਿੱਲ ਨਾ ਖਾਓ, ਕੋਈ ਵੀ ਢਿੱਲ ਨਹੀਂ ਮਿਲਣੀ। ਤੀਸਰਾ ਅਰਥ ਚੀਰਾ ਦਾ ਬਸਤਰ ਹੈ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਇਹ ਗੱਲ ਕੋਈ ਨਹੀਂ ਜਾਣਦਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਕੋਈ ਇਸ ਗੱਲ ਨੂੰ ਨਹੀਂ ਜਾਣਦਾ ਵੀ ਤੇਰਾ ਆ ਜਿਹੜਾ ਮਾਇਆ ਰੂਪੀ ਬਸਤਰ ਹੈ, ਜਿਸ ਦੇ ਵਿੱਚ ਸਾਰਾ ਸੰਸਾਰ ਲਪੇਟਿਆ ਹੋਇਆ ਹੈ, ਜਿਸ ਦੇ ਵਿੱਚ ਸਾਰੀ ਸੰਸਾਰ ਨੂੰ ਵਲਿਆ ਹੋਇਆ ਹੈ, ਇਹ ਕਿੱਡਾ ਕੁ ਵੱਡਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਆਰੰਭਤਾ ਤੋਂ ਲੈ ਕੇ ਇੱਥੇ ਪਹਿਲਾ ਵਿਸ਼ਰਾਮ ਆਇਆ ਹੈ ਰਹਾਉ ਦਾ। ਇਸ ਦੇ ਅਰਥ ਸੰਪਰਦਾਈ ਮਹਾਂਪੁਰਖਾਂ ਨੇ ਰਹਾਉ ਦੇ ਅਰਥ 12 ਕੀਤੇ ਹਨ। ਪਹਿਲਾ ਅਰਥ ਜੋ ਰਹਾਉ ਦਾ ਮਹਾਂਪੁਰਖਾਂ ਨੇ ਕੀਤਾ ਹੈ ਉਹ ਹੈ ਅਸਥਾਈ, ਕਿ ਇਹ ਜਿਹੜੇ ਇਸ ਜਗ੍ਹਾ ਦੇ ਉੱਪਰ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਜਿਹੜੇ ਰਾਗੀ ਸਿੰਘ ਹਨ ਉਹਨਾਂ ਨੂੰ ਅਸਥਾਈ ਦੇ ਬਾਰੇ ਪਤਾ ਹੈ ਕਿ ਇਸ ਪੰਕਤੀਆਂ ਨੂੰ ਆਧਾਰ ਬਣਾ ਕਰਕੇ ਜਿਹੜਾ ਸਾਰਾ ਸ਼ਬਦ ਹੈ ਉਸ ਨੂੰ ਗਾਇਨ ਕਰਦੇ ਹਨ। ਦੂਸਰਾ ਰਹਾਉ ਦਾ ਅਰਥ ਹੈ ਰਹਾਉਣਾ। ਰਹਾਉਣ ਦਾ ਅਰਥ ਹੁੰਦਾ ਹੈ ਬੀਜਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਉਪਦੇਸ਼ ਸਰੀਰ ਰੂਪੀ ਖੇਤ ਦੇ ਵਿੱਚ ਬੀਜ ਕਿ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੇ ਨਾਲੋਂ ਵੱਡਾ ਹੈ, ਉਸ ਦੀ ਸ਼ਰਣੀ ਪੈਣਾ ਚਾਹੀਦਾ ਹੈ। ਤਿਸ ਕੀ ਸਰਣੀ ਪਰ ਮਨਾ, ਜਿਸ ਜੀਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਘਨਾ, ਦੁੱਖ ਦਰਦ ਨਾ ਮੂਲੇ ਹੋਏ। ਉਸ ਦੀ ਸ਼ਰਣੀ ਪੈਣਾ ਚਾਹੀਦਾ। ਉਸ ਦਾ ਪਸਾਰਿਆ ਹੋਇਆ ਜਿਹੜਾ ਪਸਾਰਾ ਹੈ, ਜੋ ਮਾਇਆ ਦੇ ਵਿੱਚ ਉਸਨੇ ਬੜਿਆ ਹੋਇਆ ਹੈ, ਉਸ ਦਾ ਕੋਈ ਸੰਸਾਰ ਦੇ ਵਿੱਚ ਅੰਤ ਨਹੀਂ ਪਾ ਸਕਦਾ। ਇੱਕ ਰਹਾਉ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ। ਰਾ ਦਾ ਅਰਥ ਹੈ ਰਮਿਆ ਹੋਇਆ। ਹਾ ਦਾ ਨਾਮ ਹੈ ਪ੍ਰਗਟ ਇਸ ਸੰਸਾਰ ਦੇ ਵਿੱਚ, ਤੇ ਉਹਦਾ ਅਰਥ ਹੈ ਓੰਕਾਰ। ਜਿਹੜਾ ਉਹ ਪ੍ਰਮਾਤਮਾ ਹੈ ਉਹ ਸਾਰੀਆਂ ਹੀ ਜਗ੍ਹਾ ਦੇ ਉੱਪਰ ਪ੍ਰਗਟ ਹੈ, ਸਾਰੀਆਂ ਹੀ ਜਗ੍ਹਾ ਦੇ ਉੱਪਰ ਰਮਿਆ ਹੋਇਆ। ਉਸ ਵਾਹਿਗੁਰੂ ਪ੍ਰਮਾਤਮਾ ਨੂੰ ਜੀਵਨ ਦੇ ਵਿੱਚ ਉਚਾਰ ਤਾਂ ਕਿ ਤੇਰੇ ਜੀਵਨ ਦਾ ਭਲਾ ਹੋ ਜਾਵੇ। ਇਵੇਂ ਸੰਪਰਦਾਇ ਮਹਾਂਪੁਰਖਾਂ ਨੇ ਇਸ ਰਹਾਉ ਦੇ ਜਿਹੜੇ ਅਰਥ ਹਨ ਉਹ 22 ਕੀਤੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਸਥਾਈ ਬਖਸ਼ ਕਰਕੇ ਅੱਗੇ ਪਾਵਨ ਬਚਨ ਕਰਦੇ ਹਨ। ਸਭ ਸੁਰਤੀ ਮਿਲ ਸੁਰਤ ਕਮਾਈ। ਜਿਹੜੇ ਸਾਰੇ ਸੁਰਤੀ ਵਾਲੇ ਲੋਕ ਸਨ ਉਹਨਾਂ ਨੇ ਮਿਲ ਕਰਕੇ ਸੁਰਤੀ ਦੇ ਦੁਆਰਾ ਪਰਮੇਸ਼ਰ ਦੀ ਕਮਾਈ ਕੀਤੀ। ਜਿਹੜੇ ਸੁਰਤੀ ਜੋੜਨ ਵਾਲੇ ਸਨ, ਜਿਹੜੇ ਕਹਿੰਦੇ ਜੋਗਾ ਚਿਤ ਬਿਰਤੀ ਨਿਰੋਧਾ, ਆਪਣੀਆਂ ਬਿਰਤੀਆਂ ਨੂੰ ਰੋਕ ਕਰਕੇ ਪ੍ਰਮਾਤਮਾ ਦੇ ਵਿੱਚ ਬਿਰਤੀ ਟਿਕਾਉਣ ਦਾ ਯਤਨ ਕਰਦੇ ਹਨ। ਨਿਰਵਿਕਲਪ ਸਮਾਧੀ ਦੇ ਵਿੱਚ ਜਿਹੜੇ ਬੈਠਦੇ ਹਨ ਉਹ ਸੁਰਤੀ ਵਾਲੇ ਲੋਕ ਜਿਹੜੇ ਹਨ ਉਹਨਾਂ ਨੇ ਸੁਰਤੀ ਦੁਆਰਾ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੈ। ਸਭ ਕੀਮਤ ਮਿਲ ਕੀਮਤ ਪਾਈ। ਐਵੇਂ ਜਿਵੇਂ ਕੀਮਤ ਕਥਨ ਕਰਨ ਵਾਲੇ ਹਨ ਉਹਨਾਂ ਨੇ ਪਰਮਾਤਮਾ ਦੀ ਕੀਮਤ ਪਾਉਣ ਦਾ ਵੀ ਯਤਨ ਕੀਤਾ। ਸੁਰਤੀ ਵਾਲਿਆਂ ਨੇ, ਕਿਉਂਕਿ ਜਿਹੜੀ ਚੀਜ਼ ਜਿਸ ਦੇ ਕੋਲ ਹੈ ਉਸ ਦੇ ਦੁਆਰਾ ਹੀ ਜਾਣਨ ਦਾ ਯਤਨ ਕਰੇਗਾ ਨਾ। ਜਿਹੜੇ ਸੁਰਤੀ ਵਾਲੇ ਸਨ ਉਹਨਾਂ ਨੇ ਸੁਰਤੀ ਜੋੜ ਕੇ ਰੱਬ ਦਾ ਅੰਤ ਪਾਉਣ ਦਾ ਯਤਨ ਕੀਤਾ। ਜਿਹੜੇ ਕੀਮਤ ਕਰਨ ਵਾਲੇ ਸਨ, ਧਨ ਦੌਲਤ ਅਮੀਰ ਸਨ, ਉਹਨਾਂ ਨੇ ਕੀਮਤ ਦੇ ਦੁਆਰਾ ਪਰਮਾਤਮਾ ਨੂੰ ਪਾਉਣ ਦਾ ਯਤਨ ਕੀਤਾ ਹੈ। ਗਿਆਨੀ ਧਿਆਨੀ ਗੁਰ ਗੁਰ ਹਾਈ। ਇਸੇ ਤਰੀਕੇ ਦੇ ਨਾਲ ਜਿਹੜੇ ਗਿਆਨਵਾਨ ਹਨ,
ਉਹਨਾਂ ਨੇ ਗਿਆਨ ਦੇ ਦੁਆਰਾ, ਜਿਹੜੇ ਧਿਆਨੀ ਹਨ ਉਹਨਾਂ ਨੇ ਧਿਆਨ ਦੇ ਦੁਆਰਾ। ਗੁਰ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਵੱਡੇ ਜਿਹੜੇ ਦੇਵਤੇ ਹਨ, ਤੇ ਗੁਰਹਾਈ ਦਾ ਅਰਥ ਹੈ ਜਿਹੜੇ ਦੇਵਤਿਆਂ ਨੂੰ ਹਾਈ ਨਾਸ਼ ਕਰਨ ਵਾਲੇ ਦੈਤ ਹਨ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇਹ ਪ੍ਰਮਾਤਮਾ ਬੇਸ਼ੱਕ ਲੱਖਾਂ ਸੁਰਤੀਆਂ ਵਾਲੇ, ਕੀਮਤਾਂ ਵਾਲੇ, ਗਿਆਨੀ ਧਿਆਨੀ ਗੁਰ ਗੁਰਹਾਈ ਦੇਵਤੇ ਦੈਤ ਹਨ, ਉਹ ਤਿਲ ਮਾਤਰ ਵੀ ਤੇਰੀ ਵਡਿਆਈ ਦਾ ਇਸ ਸੰਸਾਰ ਦੇ ਵਿੱਚ ਕਥਨ ਨਹੀਂ ਕਰ ਸਕਦੇ। ਇੱਕ ਤਿਲ ਮਾਤਰ ਵੀ ਜਿਹੜੀ ਤੇਰੀ ਵਡਿਆਈ ਹੈ ਨਾ, ਚਾਹੇ ਕੋਈ ਸੁਰਤੀ ਜੋੜਦਾ ਹੈ ਜੋਗ ਬਿਰਤੀ ਦੇ ਦੁਆਰਾ, ਚਾਹੇ ਕੋਈ ਧਨ ਦੌਲਤ ਦੇ ਦੁਆਰਾ ਤੇਰੀ ਕੀਮਤ ਪਾਉਣ ਦਾ ਯਤਨ ਕਰਦਾ, ਕਿਸੇ ਦੀ ਕੀਮਤ ਹੈ ਕਿ ਤੇਰੀ ਉਹ ਕੀਮਤ ਪਾ ਲਵੇ, ਤੈਨੂੰ ਦੱਸ ਦਵੇ ਕਿ ਇੰਨਾ ਕੁ ਮਹਿੰਗਾ ਹੈ ਵਾਹਿਗੁਰੂ ਪ੍ਰਮਾਤਮਾ। ਗਿਆਨੀਆਂ ਨੇ ਗਿਆਨ ਦੇ ਦੁਆਰਾ, ਧਿਆਨੀਆਂ ਨੇ ਧਿਆਨ ਦੇ ਦੁਆਰਾ, ਦੈਂਤਾਂ ਨੇ, ਦੇਵਤਿਆਂ ਨੇ, ਸਾਰੇ ਜਿਤਨੇ ਵੀ ਹਨ ਕਹਿ ਨਾ ਜਾਈ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਤੇਰੀ ਤਿਲ ਮਾਤਰ ਵੀ ਜਿਹੜੀ ਵਡਿਆਈ ਹੈ ਤਿੰਨਾਂ ਦੇ ਪਾਸੋਂ ਕਥਨ ਨਹੀਂ ਕੀਤੀ ਗਏ। ਸਭ ਸਤ ਸਭ ਤਪ ਸਭ ਚੰਗਿਆਈਆ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਜਿਹੜੇ ਸਾਰੇ ਹੀ ਸਤ ਪ੍ਰਤੱਗੀ ਲੋਕ ਹਨ, ਜਿਵੇਂ ਸੱਤ ਮੰਨੇ ਹਨ, ਸਭ ਤਪ, ਸਾਰੇ ਜਿਹੜੇ ਤਪ ਕਰਨ ਵਾਲੇ, ਤਿੰਨ ਪ੍ਰਕਾਰ ਦਾ ਤਪ ਹੈ, ਰਾਜਸੀ, ਤਾਮਸੀ ਤੇ ਸਾਤਕੀ। ਜਿਹੜਾ ਰਾਜਸੀ ਤਪ ਹੁੰਦਾ ਹੈ ਉਹ ਹੁੰਦਾ ਹੈ ਇੰਦਰੀਆਂ ਦਾ ਦਮਨ ਕਰਨਾ, ਜਿਵੇਂ ਅੱਖਾਂ ਨੂੰ ਰੋਕਣਾ, ਇਸੇ ਢੰਗ ਦੇ ਨਾਲ ਹੱਥਾਂ ਨੂੰ ਰੋਕਣਾ, ਆਪਣੇ ਜਿਹੜੇ ਗਿਆਨ ਤੇ ਕਰਮ ਇੰਦਰੀ ਹਨ ਇਹਨਾਂ ਨੂੰ ਰੋਕਣਾ, ਇਹਨੂੰ ਕਹਿੰਦੇ ਹਨ ਰਾਜਸੀ ਤਪ। ਦੂਸਰੇ ਨੰਬਰ ਤੇ ਹੁੰਦਾ ਹੈ ਤਾਮਸੀ ਤਪ। ਤਾਮਸੀ ਤਪ ਹੁੰਦਾ ਹੈ ਜਿਵੇਂ ਜੇਠ ਹਾੜ ਦਾ ਮਹੀਨਾ ਹੈ ਨਾ, ਆਲੇ ਦੁਆਲੇ ਆਪਣੇ ਚਾਰ ਧੂਣੀਆਂ ਲਾ ਲੈਣੀਆਂ ਤੇ ਪੰਜਵਾਂ ਸੂਰਜ ਦੀ ਜਿਹੜੀ ਗਰਮੀ ਹੈ ਉਹ ਆਪਣੇ ਸਿਰ ਦੇ ਉੱਪਰ ਸਹਾਰਨੀ। ਇਵੇਂ ਵੱਖੋ ਵੱਖ, ਕੋਈ 12 ਧੂਣੀਆਂ ਤਪਾ ਲੈਂਦਾ ਹੈ, ਕੋਈ 5 ਧੂਣੀਆਂ ਲਾਉਂਦਾ ਹੈ ਸੂਰਜ ਨੂੰ ਵਿੱਚ ਮੰਨ ਕੇ। ਇਵੇਂ ਤਪਸੀ ਜਿਹੜੇ ਹਨ ਉਹ ਤਪ ਕਰਦੇ ਹਨ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੈ ਵਾਹਿਗੁਰੂ ਪ੍ਰਮਾਤਮਾ, ਸੰਸਾਰ ਦੇ ਵਿੱਚ ਕਈ ਰਾਜਸੀ ਤਪ ਕਰਨ ਵਾਲੇ ਤਪੀਏ ਹਨ, ਕਈ ਤਾਪਸੀ ਤਪ ਕਰਨ ਵਾਲੇ ਤਪੀਏ ਹਨ, ਕਈ ਸਾਤਕੀ ਤਪ ਕਰਨ ਵਾਲੇ। ਸਾਤਕੀ ਤਪ ਜਿਹੜਾ ਅਸੀਂ ਕਰ ਰਹੇ ਹਾਂ, ਪ੍ਰੇਮ ਦੇ ਨਾਲ ਗੁਰੂ ਕੀ ਸੰਗਤ ਦੇ ਵਿੱਚ ਬੈਠਣਾ, ਗੁਰੂ ਉਪਦੇਸ਼ ਸੁਣਨਾ, ਜਿਵੇਂ ਸਤਿਗੁਰੂ ਨੇ ਕਿਹਾ ਹੈ ਭਗਤ ਜੋਗ ਦੇ ਦੁਆਰਾ ਸੇਵਾ ਕਰਕੇ, ਸਿਮਰਨ ਕਰਕੇ ਉਸ ਉਪਦੇਸ਼ ਨੂੰ ਕਮਾਉਣਾ, ਇਹ ਹੁੰਦਾ ਹੈ ਸਾਤਕੀ ਤਪ। ਮਹਾਰਾਜ ਜਿੰਨੇ ਵੀ ਸਤ ਪ੍ਰਤੱਗੀ ਲੋਕ, 7 ਪ੍ਰਕਾਰ ਦੇ ਇਹ ਮੰਨੇ ਗਏ, ਦਸ਼ਰਥ ਆਦਿਕ ਹੋਣੀ, ਜਿਤਨੇ ਵੀ ਇਸ ਸੰਸਾਰ ਦੇ ਵਿੱਚ ਤਪੀਏ ਲੋਕ, ਤਪ ਕਰਨ ਵਾਲੇ ਹਨ, ਫਿਰ ਸਭ ਚੰਗਿਆਈਆਂ, ਜਿੰਨੇ ਵੀ ਚੰਗੇ ਕਰਮ ਕਰਨ ਵਾਲੇ, ਇੰਨੇ ਕੁ ਚੰਗਿਆਈਆਂ ਵਾਲੇ ਕਰਮ ਕਰਦੇ, ਆਪਣਾ ਵਿਗਾੜ ਬਿਰਾਨਾ ਸੰਡ, ਆਪਣਾ ਵਿਗਾੜ ਕੇ ਕਿਸੇ ਦਾ ਵੀ ਸਵਾਰ ਦਿੰਦੇ। ਇਹਨੇ ਜਿਵੇਂ ਚੰਗਿਆਈਆਂ ਕਰਨ ਵਾਲੇ ਲੋਕ ਹਨ, ਸਿੱਧਾ ਪੁਰਖਾ ਕੀਆ ਵਡਿਆਈਆ। ਇਸ ਸੰਸਾਰ ਦੇ ਵਿੱਚ ਜਿਹੜੇ 84 ਸਿੱਧ ਹਨ, ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕਰਕੇ ਸਿੱਧੀਆਂ ਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਨੇ ਵੀ ਇਹ ਪ੍ਰਮਾਤਮਾ ਤੇਰੀਆਂ ਵਡਿਆਈਆਂ ਕੀਤੀਆਂ ਹਨ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਪਰ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਤੇਰੇ ਤੋਂ ਬਗੈਰ ਜਿਹੜੀ ਤੇਰੀ ਪ੍ਰਾਪਤੀ ਹੈ ਉਹ ਸੰਸਾਰ ਦੇ ਵਿੱਚ ਕੋਈ ਨਹੀਂ ਕਰ ਸਕਿਆ। ਜਿਸ ਤੇ ਤੂੰ ਕਿਰਪਾ ਕਰ ਦੇਵੇਂ ਉਸ ਨੂੰ ਤੇਰੀ ਪ੍ਰਾਪਤੀ ਹੋ ਜਾਂਦੀ ਹੈ। ਤੇਰੇ ਤੋਂ ਬਗੈਰ ਤੁਧ ਬਿਨ ਸਿੱਧੀ ਕਿਨੇ ਨਾ ਪਾਈ ਹੈ। ਤੇਰੇ ਤੋਂ ਬਗੈਰ ਜਿਹੜੀ ਸਿੱਧੀ ਤੇਰੀ ਪ੍ਰਾਪਤੀ ਹੈ ਉਹ ਕਿਸੇ ਨੇ ਨਹੀਂ ਕੀਤੀ ਹੈ। ਕਰਮ ਮਿਲੈ ਨਾਹੀ ਠਾਕ ਰਹਾਈਆ। ਇਹ ਤੇ ਬਖਸ਼ਿਸ਼ਾਂ ਕਰਮਾਂ ਦੇ ਨਾਲ ਹਨ, ਨਾ ਹੀ ਠਾਕ ਰਹਾਈਆ। ਜੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਫਿਰ ਠਾਕ ਦਾ ਅਰਥ ਹੁੰਦਾ ਇਹ ਰੋਕੀਆਂ ਨਹੀਂ ਰਹਿੰਦੀਆਂ। ਤੇ ਜੇ ਕਰਮ ਮਿਲੇ ਨਹੀਂ ਠਾਕ ਰਹਾਈ। ਜੇ ਪ੍ਰਮਾਤਮਾ ਤੇਰੀ ਕਿਰਪਾ ਨਹੀਂ ਹੈ ਤੇ ਠਾਕ ਰਹਾਈਆ, ਇਹ ਸਾਰੀਆਂ ਰੋਕੀਆਂ ਹੋਈਆਂ। ਇਵੇਂ 99 ਅਰਥ ਵੀ ਮਹਾਂਪੁਰਖਾਂ ਨੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੂੰ ਸਨਮੁਖ ਹੋ ਕਰਕੇ ਕਹਿੰਦੇ, ਪ੍ਰਮਾਤਮਾ ਜਿਹਦੇ ਉੱਪਰ ਤੂੰ ਕਿਰਪਾ ਕਰ ਦਵੇਂ ਉਸ ਦੇ ਉੱਪਰ ਜਿਹੜੀਆਂ ਬਖਸ਼ਿਸ਼ਾਂ ਹਨ ਉਹ ਤੇਰੀਆਂ ਰੋਕੀਆਂ ਨਹੀਂ ਰਹਿੰਦੀਆਂ। ਸਾਰੇ ਹੀ ਤੇਰੀ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਦੇ ਚਾਹਵਾਨ ਹਨ, ਪਰ ਜਿਹਦੇ ਉੱਪਰ ਤੂੰ ਕਿਰਪਾ ਕਰਦਾ ਹੈ ਉਸ ਨੂੰ ਤੂੰ ਬਖਸ਼ਿਸ਼ਾਂ ਕਰ ਦਿੰਦਾ ਹੈ। ਆਖਣ ਵਾਲਾ ਕਿਆ ਵਿਚਾਰਾ, ਇਹ ਵਿਚਾਰੇ ਲੋਕ ਆਖਣ ਵਾਲੇ ਤਾਂ ਕੀ ਹਨ ਕਿ ਇਹ ਤੇਰੀ ਸਿਫਤੋ ਸਲਾਹ ਕਰ ਸਕਣ। ਇਹ ਤੇ ਤੇਰੇ ਇੱਕ ਰੋਮ ਦਾ ਵੀ ਅੰਤ ਨਹੀਂ ਪਾ ਸਕਦੇ। ਇਹ ਆਖਣ ਵਾਲੇ ਸੰਸਾਰ ਦੇ ਵਿੱਚ ਕੀ ਹਨ ਜਿਹੜਾ ਸੰਪੂਰਨ ਤੇਰਾ ਸਵਰੂਪ ਕਥਨ ਕਰ ਸਕਣ। ਜਿੰਨੀਆਂ ਤੂੰ ਸੰਸਾਰ ਦੇ ਲੋਕਾਂ ਨੂੰ ਵਡਿਆਈਆਂ ਬਖਸ਼ੀਆਂ ਹਨ ਉਹਨਾਂ ਦਾ ਇਹ ਕਥਨ ਕਰ ਸਕਣ। ਕੋਈ ਨਹੀਂ ਹੈ ਇਸ ਸੰਸਾਰ ਦੇ ਵਿੱਚ, ਕਿਉਂਕਿ ਗੁਰਸਿੱਖੋ ਸਾਡੀ ਤਾਂ ਜ਼ੁਬਾਨ ਹੀ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ, ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਦਿਆਂ ਅੰਤ ਨਾ ਪਾਵੇ। ਹਜ਼ਾਰ ਮੁਖ ਵਾਲਾ ਇਸ ਸੰਸਾਰ ਦੇ ਵਿੱਚ ਇੱਕ ਸੱਪ ਹੈ ਜਿਸ ਨੂੰ ਆਪਾਂ ਸ਼ੇਸ਼ ਨਾਗ ਕਹਿੰਦੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਬਾਰੇ ਜ਼ਿਕਰ ਕੀਤਾ ਹੈ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਆਏ ਸਹੰਸਰ ਰਸਨਾਹ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਅਕਾਲ ਪੁਰਖ ਪ੍ਰਮਾਤਮਾ ਤੂੰ ਹਜ਼ਾਰ ਫਨ ਦਿੱਤੀ ਹੈ ਸ਼ੇਸ਼ ਨਾਗ ਨੂੰ, ਤੇ ਇੱਕ ਫਨ ਦੇ ਵਿੱਚ ਆਪਾਂ ਇੱਥੇ ਵੀ ਸੱਪ ਦੇਖਦੇ ਹਨ ਜਿਸ ਦੀ ਇੱਕ ਫਨ ਹੈ ਸੱਪ ਦੀਆਂ, ਉਸ ਦੀਆਂ ਦੋ ਜ਼ੁਬਾਨਾਂ ਹੁੰਦੀਆਂ। ਇਸ ਦੇ ਮਗਰ ਵੀ ਇਤਿਹਾਸਕ ਪੱਖ ਹੈ ਕਿ ਕੀ ਕਾਰਨ ਬਣਿਆ ਕਿ ਇਸ ਦੀਆਂ ਇੱਕ ਤੋਂ ਦੋ ਜ਼ੁਬਾਨਾਂ ਬਣੀਆਂ। ਫਿਰ ਮਾਰੇ ਕਹਿੰਦੇ ਜਿਹਨੂੰ ਤੂੰ ਹਜ਼ਾਰ ਫਨ ਦਿੱਤੀ ਉਸ ਨੂੰ ਤੂੰ 2000 ਜ਼ੁਬਾਨਾਂ ਦਿੱਤੀਆਂ। ਦੁਆਏ ਸਹੰਸਰ ਰਸਨਾਹ ਸੁਹਾਈ, ਉਹ ਸ਼ੋਭਾ ਵਾਲੀਆਂ ਹਨ 2000 ਜ਼ੁਬਾਨਾਂ। ਰਟਤ ਅਬ ਲਗੇ ਨਾਮ ਅਪਾਰਾ, ਰਟਤ ਦਾ ਅਰਥ ਹੈ ਰਟਦੇ ਹਨ, ਉਚਾਰਨ ਕਰਦੇ। ਨਿਤ ਪ੍ਰਮਾਤਮਾ ਤੇਰਾ ਨਵਾਂ ਨਾਮ, ਜਿਹੜਾ ਇੱਕ ਵਾਰ ਨਾਮ ਲੈ ਲੈ ਨਾ ਉਸ ਨਾਮ ਨੂੰ ਦੁਬਾਰਾ ਉਹ ਜਿਹੜਾ ਆਪਣੀ ਜ਼ੁਬਾਨ ਦੇ ਉੱਪਰ ਨਹੀਂ ਲਿਆਉਂਦਾ। ਪਰ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ ਹੈ 2000 ਜ਼ੁਬਾਨ ਦੇ ਨਾਲ ਨਿਤ ਨਵਾਂ ਨਾਮ ਰਹਿ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਤੁਮਰਾ ਤਉ ਨ ਪਾਵਤ ਪਾਰਾ। हे ਪ੍ਰਮਾਤਮਾ ਤੂੰ ਇੰਨਾ ਕੁ ਸੰਸਾਰ ਦੇ ਵਿੱਚ ਬੇਅੰਤ ਹੈ, ਤੇਰਾ ਉਸਨੇ ਵੀ ਅੱਜ ਤੱਕ ਪਾਰਾਵਾਰ ਅੰਤ ਨਹੀਂ ਪਾਇਆ। ਇਸ ਵਾਸਤੇ ਸਾਹਿਬ ਧੰਨ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਅਗਸਤ ਆਦ ਜੇ ਬੜੇ ਤਪਸਤਪੀ ਵਿਸੇਖੀਐ, ਬੇਅੰਤ 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 ਕੋ ਕਰੰਤ ਪਾਠ ਲਿਖੀਏ। ਬੜੇ ਬੜੇ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਏ ਅਵਤਾਰ ਸਾਰੇ ਇਹੋ ਕਹਿੰਦੇ ਕਿ ਪ੍ਰਮਾਤਮਾ ਬੇਅੰਤ ਹੈ, ਤੇਰਾ ਸੰਸਾਰ ਦੇ ਵਿੱਚ ਕਿਸੇ ਨੇ ਅੰਤ ਨਹੀਂ ਪਾਇਆ। ਆਪਾਂ ਹਰ ਰੋਜ਼ ਪੜ੍ਹਦੇ ਆ ਨਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਆਪਣੇ ਸਵਰੂਪ ਨੂੰ ਤੂੰ ਆਪ ਹੀ ਜਾਣਦਾ ਹੈ ਵੀ ਕਿੰਨਾ ਵੱਡਾ ਹੈ, ਕਿੰਨਾ ਸੁੰਦਰ ਹੈ, ਕਿੰਨਾ ਗਹਿਰ ਹੈ, ਕਿੰਨਾ ਨਿਰਹਲ ਹੈ, ਕਿੰਨੀ ਕੁ ਵਿਸ਼ਾਲਤਾ ਹੈ, ਕਿੰਨੀਆਂ ਕੁ ਵਡਿਆਈਆਂ ਬਖਸ਼ ਦਿੰਦਾ ਹੈ। ਇਹ ਸਾਰਾ ਕੁਝ ਤੂੰ ਆਪ ਹੀ ਜਾਣਦਾ। ਹੋਰ ਇਸ ਸੰਸਾਰ ਦੇ ਵਿੱਚ ਅੰਤੋਂ ਨਾ ਪਾਇਆ ਕਿਨੈ ਤੇਰਾ, ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਧੰਨ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਆਖਣ ਵਾਲੇ ਤਾਂ ਕੀ ਹਨ ਵਿਚਾਰੇ ਲੋਕ, ਸਿਫਤੀ ਭਰੇ ਤੇਰੇ ਭੰਡਾਰਾ। ਪਰਮਾਤਮਾ ਜਿਹੜੇ ਤੇਰੇ ਭੰਡਾਰੇ ਹਨ ਉਹ ਸਿਫਤਾਂ ਦੇ ਭਰੇ ਹੋਏ ਹਨ ਤੇ ਸੰਸਾਰ ਦੇ ਲੋਕਾਂ ਨੂੰ ਵੰਡੀ ਜਾ ਰਿਹਾ ਹੈ, ਵਡਿਆਈਆਂ ਦੇ ਰਿਹਾ ਹੈ। ਸਿਫਤਾਂ ਦੁਨੀਆ ਦੇ ਲੋਕ ਤੇਰੀਆਂ ਸਿਫਤਾਂ ਕਰਦੇ, ਜਿਹੜੇ ਤੇਰੀਆਂ ਸਿਫਤਾਂ ਕਰਦੇ ਜੱਗ ਦੇ ਵਿੱਚ ਤੂੰ ਉਹਨਾਂ ਦੀ ਸਿਫਤ ਕਰਾਉਂਦਾ। ਜਿਹੜੇ ਤੇਰੀ ਵਡਿਆਈ ਕਰਦੇ ਸੰਸਾਰ ਦੇ ਵਿੱਚ ਉਹਨਾਂ ਦੀ ਤੂੰ ਵਡਿਆਈ ਕਰਾਉਂਦਾ।
ਤੇ ਕਿਸੇ ਮਨੁੱਖ ਦੀ ਜਿਹੜੀ ਸੀਮਾ ਦੀ ਸਿਫਤ ਦੀ ਸੀਮਾ ਹੁੰਦੀ ਹੈ, ਵਡਿਆਈ ਦੀ ਸੀਮਾ ਹੁੰਦੀ ਹੈ। ਜਦੋਂ ਉਸ ਤੋਂ ਵੱਧ ਉਸ ਦੀ ਵਡਿਆਈ ਹੋਣ ਲੱਗ ਪਏ, ਦੁਨੀਆ ਦੇ ਲੋਕ ਜਾਣਦੇ ਵੀ ਹੁਣ ਇਸ ਦੀ ਇਹ ਉਸਤਤ ਕਰਨੀ ਸ਼ੁਰੂ ਕਰਤੀ ਹੈ। ਵਡਿਆਈ ਇਹ ਨਹੀਂ, ਪਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀਆਂ ਵਡਿਆਈਆਂ ਵੀ ਅਸੀਮ ਹਨ। ਕਿੰਨੀਆਂ ਕੁ ਵਡਿਆਈਆਂ, ਬਹੁ ਗੁਣ ਮੇਰੇ ਸਾਹਿਬੈ ਨਹਿ ਜਾਈ ਗਨੀਆਂ। ਕਿੰਨਾ ਕੋ ਪ੍ਰਮਾਤਮਾ ਗੁਣਵੰਤਾ ਹੈ। ਇਤੋਂ ਤੱਕ ਗੁਣਵੰਤਿਆਂ ਨੂੰ ਵੀ ਗੁਣ ਬਖਸ਼ਣ ਵਾਲਾ ਹੈ ਉਹ ਵਾਹਿਗੁਰੂ ਪ੍ਰਮਾਤਮਾ। ਇਸ ਗੱਲ ਨੂੰ ਇਸ ਸੰਸਾਰ ਦੇ ਵਿੱਚ ਕੋਈ ਗਿਣ ਨਹੀਂ ਸਕਦਾ। ਕਿੰਨੀਆਂ ਵਡਿਆਈਆਂ ਹਨ ਪ੍ਰਮਾਤਮਾ ਦੇ ਵਿੱਚ, ਉਹਨਾਂ ਵਡਿਆਈਆਂ ਦਾ ਕੋਈ ਕਥਨ ਨਹੀਂ ਕਰ ਸਕਦਾ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਇਹ ਵਾਹਿਗੁਰੂ ਪ੍ਰਮਾਤਮਾ ਤੇਰੇ ਭੰਡਾਰ ਸਿਫਤੀ ਦੇ ਨਾਲ ਭਰੇ ਹੋਏ ਹਨ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਜਿਹਨੂੰ ਤੂੰ ਬਖਸ਼ ਦਿੰਦਾ ਹੈ ਉਸ ਨੂੰ ਹੋਰ ਕੋਈ ਵਸੀਲਾ, ਹੋਰ ਕੋਈ ਚਾਰਾ ਕਰਨ ਦੀ ਕੀ ਲੋੜ ਹੈ। ਨਾਨਕ ਸੱਚ ਸਵਾਰਨ ਹਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਨਿਸ਼ਚੈ ਵਾਚਕੀ ਹੋ ਵਾਹਿਗੁਰੂ ਪ੍ਰਮਾਤਮਾ ਮਨੁੱਖਾ ਜੀਵਨ ਨੂੰ ਸਵਾਰ ਦਿੰਦਾ। ਜਿਹਨੂੰ ਉਹ ਬਖਸ਼ਿਸ਼ਾਂ ਕਰ ਦਵੇ ਨਾ, ਉਸ ਨੂੰ ਹੋਰ ਕੋਈ ਚਾਰਾ ਸੰਸਾਰ ਦੇ ਵਿੱਚ ਕਰਨ ਦੀ ਲੋੜ ਨਹੀਂ ਹੈ। ਉਹ ਵਾਹਿਗੁਰੂ ਪ੍ਰਮਾਤਮਾ ਆਪ ਹੀ ਸੱਚ ਆ, ਜੋ ਸੱਚਾ ਹੈ, ਸੱਚ ਨਿਸ਼ਚੈਵਾਚਕ ਹੈ, ਉਹ ਮਨੁੱਖਾ ਜੀਵਨ ਨੂੰ ਸਵਾਰ ਦਿੰਦਾ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬੇਬੇ ਨਾਨਕੀ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਪਣੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਉਪਦੇਸ਼ ਬਖਸ਼ਿਆ। ਇਸ ਪਾਵਨ ਸ਼ਬਦ ਦੇ ਦੂਸਰੇ ਅਰਥ ਵੀ ਮਹਾਂਪੁਰਖਾਂ ਨੇ ਕੀਤੇ ਹਨ। ਸਿੱਖਾਂ ਨੇ ਜਦੋਂ ਬੇਨਤੀ ਕੀਤੀ ਤਾਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ, ਉਹ ਜਿਹੜਾ ਤਤ ਪਦ ਦਾ ਲੱਖ ਅਰਥ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ ਨਾ, ਉਸ ਨੂੰ ਸੁਣਦੇ ਵੀ ਸਾਰੇ ਹਨ। ਪਰ ਵੱਡਾ ਆਖੇ ਸਭ ਕੋਈ। ਕਿਹੜਾ ਹੈ ਜਿਹੜਾ ਵਾਹਿਗੁਰੂ ਪ੍ਰਮਾਤਮਾ ਨੂੰ ਵੱਡਾ ਕਹਿ ਸਕਦਾ? ਫਿਰ ਕਿਹਾ ਜੀ ਉਸ ਦੀ ਕੋਈ ਸੀਮਾ? ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਨਹੀਂ ਭਾਈ, ਇਹ ਅੱਜ ਤੱਕ ਉਸ ਦੀ ਸੀਮਾ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਕਿ ਪ੍ਰਮਾਤਮਾ ਕਿੱਡਾ ਕੁ ਵੱਡਾ ਹੈ। ਜਿਵੇਂ ਹਰੇਕ ਚੀਜ਼ ਦੀ ਸੀਮਾ ਹੈ ਨਾ, ਆ ਦੁਨੀਆ ਦੇ ਲੋਕ ਦੂਰੋਂ ਦੂਰੋਂ ਆਣ ਕੇ ਕਹਿੰਦੇ ਹਨ ਵੀ ਅਸੀਂ ਭਾਰਤ ਦੀ ਸੀਮਾ, ਜਿਹੜਾ ਅਟਾਰੀ ਬਾਰਡਰ ਹੈ, ਉਸ ਨੂੰ ਦੇਖਦੇ। ਇੱਥੋਂ ਤੱਕ ਸੀਮਾ ਹੈ ਨਾ, ਪਰ ਪ੍ਰਮਾਤਮਾ ਦੀ ਸੀਮਾ ਨਹੀਂ ਕਿਸੇ ਨੇ ਦੇਖੀ ਕਿ ਪ੍ਰਮਾਤਮਾ ਦੀ ਜਿਹੜੀ ਹੱਦ ਹੈ ਉਹ ਇੱਥੋਂ ਤੱਕ ਹੈ। ਬੜੇ ਲੋਕ ਹਨ ਜਿਨ੍ਹਾਂ ਨੇ ਸ਼ਾਸਤਰਾਂ ਦੇ ਦੁਆਰਾ ਪ੍ਰਮਾਤਮਾ ਦਾ ਕੀਮਤ ਪਾਉਣ ਦਾ ਯਤਨ ਕੀਤਾ। ਜਿਵੇਂ ਬ੍ਰਹਮਾ ਹੈ, ਉਹ ਕਹਿੰਦਾ ਸੀ ਮੈਂ ਵੇਦਾਂ ਦਾ ਤਾਂ ਹੀ ਅੰਤ ਕਰਾਂਗਾ ਜੇ ਪ੍ਰਮਾਤਮਾ ਦਾ ਅੰਤ ਪਾਵਾਂਗਾ। ਪਰ ਆਖਰਕਾਰ ਨੂੰ ਉਸਨੇ ਵੀ ਇਹ ਗੱਲ ਕਹਿਤੀ ਵੀ ਪ੍ਰਮਾਤਮਾ ਨੇਤੀ ਹੈ, ਨਾ ਵਿਚਾਰਨ ਯੋਗ। ਇਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਵੀ ਇਹ ਦਾਤ ਪਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ, ਗੁਰੂ ਕਾ ਬਖਸ਼ਿਆ ਹੋਇਆ ਉਪਦੇਸ਼ ਸਾਡੇ ਜੀਵਨ ਦੇ ਵਿੱਚ ਵਸੇ, ਤਾਂ ਕਿ ਇੱਕ ਪ੍ਰਮਾਤਮਾ ਦੇ ਉੱਪਰ ਸਾਡੇ ਜੀਵਨ ਦਾ ਭਰੋਸਾ ਵੱਜ ਸਕੇ। ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ ਜੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ। हे ਸਮਰਾਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਪਿਆਨ ਨਾਨਕ ਪਾਰਿ ਉਤਾਰ। हे ਅਚੁਤ हे ਪਾਰ ਬ੍ਰਹਮ ਅਬਿਨਾਸੀ ਅਗਨਾਸ। हे ਪੂਰਨ हे ਸਰਬ ਮੈਂ ਦੁਖ ਭੰਜਨ ਗੁਣ ਤਾਸ। हे ਸੰਗੀ हे ਨਿਰੰਕਾਰ हे ਨਿਰਗੁਣ ਸਭ
हे गोबिंद हे गुण निधान जाके सदा बबीक। हे अपरंपर हर हरे है पियो वन हार हे संत कै सदा संग निधारा आधार। हे ठाकुर हूँ दास रो मैं निर्गुण गुण नहीं कोय। नानक दी जय नाम दान राखो हिए परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सोतरे पार। जो सरदा कर से बंधे गुर पार उतारन हार। जो सरदा कर से बंधे गुर पार उतारन हार। वाहिगुरु जी का खालसा वाहिगुरु जी की फतेह।